ਹੈਲੋ एवरीवन। ਅੱਜ ਆਪਾਂ ਕਰਾਂਗੇ 10th ਦੀ ਇਕਨੋਮਿਕਸ ਦਾ 3rd ਪਾਰਟ, ਜਿਸ ਦੇ ਵਿੱਚ ਤੁਸੀਂ ਲੈਸਨ ਫਸਟ ਕਰ ਰਹੇ ਹੋ ਬੇਟਾ। ਇਹਦੇ ਵਿੱਚ ਹੁਣ ਅੱਜ ਤੀਸਰੀ ਵੀਡੀਓ ਵਿੱਚ ਅਗਲੇ ਟੌਪਿਕਸ ਆਉਂਦੇ ਨੇ। ਪਿੱਛੇ ਤੁਸੀਂ ਸਾਰਾ ਕੈਪੀਟਲ ਫਾਰਮੇਸ਼ਨ ਤੱਕ ਪੜ੍ਹ ਚੁੱਕੇ ਹੋ। ਅੱਜ ਆਪਾਂ ਨਵਾਂ ਟੌਪਿਕ ਕਰ ਰਹੇ ਹਾਂ, ਡਿਸਗਾਈਜ਼ਡ ਅਨਇੰਪਲੋਇਮੈਂਟ। ਬੇਟਾ ਡਿਸਗਾਈਜ਼ ਅਨਇੰਪਲੋਇਮੈਂਟ ਕੀ ਹੁੰਦੀ ਹੈ? ਪਹਿਲਾਂ ਅਨਇੰਪਲੋਇਮੈਂਟ ਹੁੰਦੀ ਹੈ ਬੇਰੁਜ਼ਗਾਰੀ। ਅਤੇ ਬੇਰੁਜ਼ਗਾਰੀ ਸਾਨੂੰ ਪਤਾ ਕਿਉਂ ਹੁੰਦੀ ਹੈ? ਜਦੋਂ ਇੱਕ ਕੰਮ ਦੇ ਉੱਤੇ 4 ਬੰਦਿਆਂ 'ਚੋਂ ਅਸੀਂ 2 ਨੂੰ ਹਟਾ ਦਈਏ ਤਾਂ ਉਹ 2 ਕੀ ਹੋ ਗਏ? ਬੇਰੁਜ਼ਗਾਰ। ਉਹਨਾਂ ਨੂੰ ਹੁਣ ਕੋਈ ਰੋਜ਼ਗਾਰ ਨਹੀਂ ਹੈ। ਅਤੇ ਡਿਸਗਾਈਜ਼ਡ ਅਨਇੰਪਲੋਇਮੈਂਟ ਕੀ ਹੁੰਦੀ ਹੈ? ਛੁਪੀ ਹੋਈ ਬੇਰੁਜ਼ਗਾਰੀ। ਮੀਨਸ ਇੱਕ ਖੇਤ ਵਿੱਚ ਇੱਕ ਘਰ ਦੇ 4 ਜੀ ਲੱਗੇ ਹੋਏ ਨੇ, ਪਰ ਚਾਹੀਦੇ ਉੱਥੇ ਕਿੰਨੇ ਸੀ? 2, ਪਰ ਚਾਰੋਂ ਲੱਗੇ ਪਏ ਨੇ। ਤਾਂ 2 ਕੀ ਨੇ ਬੇਟੇ? ਉਹ ਛੁਪੀ ਹੋਈ ਬੇਰੁਜ਼ਗਾਰੀ ਨੇ, ਕਿਉਂਕਿ ਉਹ ਕੰਮ ਜਿਹੜਾ ਸੀ 2 ਬੰਦਿਆਂ ਨਾਲ ਹੀ ਕਰ ਸਕਦਾ ਸੀ, ਪਰ ਫਿਰ ਵੀ 4 ਜਣੇ ਉੱਥੇ ਕੰਮ ਕਰੀ ਜਾ ਰਹੇ ਨੇ। ਤਾਂ ਇਹ ਹੈ ਡਿਸਗਾਈਜ਼ਡ ਅਨਇੰਪਲੋਇਮੈਂਟ, ਛੁਪੀ ਹੋਈ ਬੇਰੁਜ਼ਗਾਰੀ। ਦਿਖ ਨਹੀਂ ਰਹੀ ਹੈਗੀ ਆਪਾਂ ਨੂੰ। ਕੰਪਨੀ ਕੀ ਹੈ? ਬੰਦਾ ਐਕਸਟਰਾ ਹੁੰਦਾ, ਕੱਢ ਦਿੰਦੇ ਨੇ ਕਿ ਜਾਓ ਜੀ, ਅਸੀਂ ਸਾਨੂੰ ਨਹੀਂ ਚਾਹੀਦੇ, ਉਹ ਅਨਇੰਪਲੋਇਮੈਂਟ ਹੋ ਜਾਂਦੇ ਨੇ। ਪਰ ਜਦੋਂ ਆਪਣੇ ਹੀ ਖੇਤ ਵਿੱਚ, ਆਪਣੇ ਹੀ ਘਰ ਵਿੱਚ 2 ਬੰਦਿਆਂ ਵਾਲੇ ਕੰਮ ਨੂੰ 4 ਜਣੇ ਕਰੀ ਜਾਂਦੇ ਨੇ, ਉਹ ਕੀ ਹੈ? ਬੇਰੁਜ਼ਗਾਰੀ ਛੁਪੀ ਹੋਈ ਹੈ, ਦਿਖ ਨਹੀਂ ਰਹੀ ਸਾਨੂੰ। In many underdeveloped countries of the world, the population growth is more, but source of employment are less. ਇੱਥੇ ਆਪਾਂ ਨੂੰ ਗੱਲ ਕਲੀਅਰ ਹੋ ਗਈ ਕਿ ਪਾਪੂਲੇਸ਼ਨ ਗਰੋਥ ਜ਼ਿਆਦਾ ਹੋ ਰਹੀ ਹੈ, ਪਰ ਇੰਪਲੋਇਮੈਂਟ ਲਈ ਜਿਹੜੇ ਸੋਰਸ ਨੇ, ਮੀਨ ਇੰਪਲੋਇਮੈਂਟ ਲਈ ਓਪਰਚੁਨਿਟੀਜ਼ ਘੱਟ ਨੇ। Thus, large number of people remains unemployment in these countries. The main occupation of these countries is agriculture. ਜਿਵੇਂ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਕਿ ਐਗਰੀਕਲਚਰ ਦੇ ਵਿੱਚ ਹੀ ਇਹ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ। This is the only occupation in which people get somewhat employment. Due to lack of employment opportunity in other occupation, all the member of family engage themselves to work in agriculture. As a result, more people are doing the same work which can be done by few people. Thus, unemployment is disguised in this way. ਜਿਵੇਂ ਤੁਹਾਨੂੰ ਸਮਝਾਇਆ ਸਾਰਾ ਉਹੀ ਹੈ। ਡੈਫੀਨੇਸ਼ਨ ਕੀ ਹੈ ਬੇਟਾ? when more number of laborers are engaged in work than actually required for it, ਕਿ ਜਿੰਨੇ ਚਾਹੀਦੇ ਸੀ ਉਸ ਨਾਲੋਂ ਵੱਧ ਲੱਗੇ ਪਏ ਨੇ, ਉਹ ਕੀ ਹੈ? ਛੁਪੀ ਹੋਈ ਬੇਰੁਜ਼ਗਾਰੀ। ਤਾਂ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਚੁੱਕੀ ਸੀਗੀ ਕਿ 4 ਬੰਦਿਆਂ ਦਾ ਕੰਮ ਹੈ, ਕਰ ਰਹੇ ਨੇ, ਪਰ 2 ਬੰਦੇ ਚੱਲ ਸਕਦੇ ਸੀ, ਇਸ ਲਈ 2 ਕੀ ਹੋ ਗਏ? ਬੇਰੁਜ਼ਗਾਰ। ਉਹ ਕਿਹੜੇ? ਛੁਪੀ ਹੋਈ, ਯਾਨੀ ਕਿ ਡਿਸਗਾਈਜ਼ਡ ਅਨਇੰਪਲੋਇਮੈਂਟ ਹੋ ਗਈ। ਨੈਕਸਟ ਬੇਟਾ ਹੈ ਫੁੱਲ ਇੰਪਲੋਇਮੈਂਟ। ਫੁੱਲ ਇੰਪਲੋਇਮੈਂਟ ਕੀ ਹੋ ਗਈ? ਜਿੱਥੇ ਸਾਰਿਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਇਹ ਹੁੰਦਾ ਡਿਵੈਲਪਡ ਕੰਟਰੀ ਦੇ ਵਿੱਚ, ਕਿ ਉੱਥੇ ਕੋਈ ਵੀ ਬੰਦਾ ਬੇਰੁਜ਼ਗਾਰ ਨਹੀਂ ਹੈ। ਛੋਟੇ ਮੋਟੇ ਕੋਈ ਨਾ ਕੋਈ ਕੰਮ 'ਤੇ ਸਭ ਲੱਗੇ ਹੋਣ, ਉਹਨੂੰ ਕਹਿੰਦੇ ਨੇ ਫੁੱਲ ਇੰਪਲੋਇਮੈਂਟ। ਜਨਰਲੀ ਫੁੱਲ ਇੰਪਲੋਇਮੈਂਟ ਇਜ਼ ਸਿਚੁਏਸ਼ਨ ਇਨ ਵਿਚ ਨੋਬਡੀ ਇਜ਼ ਅਨਇੰਪਲੋਇਡ। In reality, it is not an appropriate concept. In the full employment situation, there are so many kinds of unemployments. According to classical economics, the full employment means a situation in which generally all the people get employment who are willing to work at the prevailing rate of wages. ਅਤੇ ਇਹ ਗੱਲ ਵੀ ਬੇਟੇ ਕਰਨੀ ਪੈਂਦੀ ਹੈ ਕਿ ਫੁੱਲ ਇੰਪਲੋਇਮੈਂਟ ਦੇ ਵਿੱਚ ਕਲਾਸੀਕਲ ਜਿਹੜੇ ਪੁਰਾਣੇ ਇਕਨੋਮਿਕਸ ਨੇ, ਕਲਾਸੀਕਲ ਇਕਨੋਮਿਕਸਟ ਨੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਦੇਣ ਵਾਲੀ ਜੋ ਵੇਜ ਹੈ, ਜਿੰਨੇ 'ਤੇ ਕੋਈ ਤੁਹਾਨੂੰ ਕੰਮ ਕਰਨ ਲਈ ਤਨਖਾਹ ਦੇਣ ਨੂੰ ਤਿਆਰ ਹੈ ਅਤੇ ਤੁਸੀਂ ਵੀ ਉਨੀ ਤਨਖਾਹ 'ਤੇ ਕੰਮ ਕਰਨ ਨੂੰ ਤਿਆਰ ਹੋ, ਤਾਂ ਉਹ ਕਹਾਉਂਦੀ ਹੈ ਫੁੱਲ ਇੰਪਲੋਇਮੈਂਟ। ਜੇ ਤੁਸੀਂ ਕਰਨ ਲਈ ਤਿਆਰ ਹੋ 10 ਰੁਪਏ 'ਤੇ, ਦੇਣ ਵਾਲਾ ਤੁਹਾਨੂੰ ਤਿਆਰ ਹੈ 8 ਰੁਪਏ 'ਤੇ, ਤੁਸੀਂ ਕਹੋਗੇ ਮੈਂ ਨਹੀਂ ਕੰਮ ਕਰਨਾ, ਫਿਰ ਉਹ ਅਨਇੰਪਲੋਇਮੈਂਟ ਹੋ ਜਾਏਗੀ। ਪਰ ਜੇ ਤੁਸੀਂ 10 ਰੁਪਏ 'ਤੇ ਕੰਮ ਕਰਨ ਨੂੰ ਤਿਆਰ ਹੋ, ਉਹ ਵੀ ਤੁਹਾਨੂੰ 10 ਰੁਪਏ ਦੇਣ ਨੂੰ ਤਿਆਰ ਹੈ, ਤਾਂ ਤੁਸੀਂ ਕੰਮ 'ਤੇ ਲੱਗ ਜਾਓਗੇ, ਤਾਂ ਉਹ ਹੈ ਇੰਪਲੋਇਮੈਂਟ। ਡੈਫੀਨੇਸ਼ਨ ਕੀ ਹੈ ਬੇਟਾ? ਹੈਂਸਨ ਨੇ ਦਿੱਤੀ। ਫੁੱਲ ਇੰਪਲੋਇਮੈਂਟ ਮੀਨਸ ਨੋਨ ਐਗਜ਼ਿਸਟੈਂਸ ਆਫ ਇਨਵੋਲੰਟਰੀ ਅਨਇੰਪਲੋਇਮੈਂਟ। ਕੀ? ਇਨਵੋਲੰਟਰੀ ਮੀਨਸ ਆਪਣੇ ਆਪ ਨਹੀਂ, ਅਸੀਂ ਇੰਪਲੋਇਮੈਂਟ ਜਿਹੜੀ ਹੈ ਖੁਦ ਕਰ ਰਹੇ ਹਾਂ। ਠੀਕ ਹੈ। ਨੈਕਸਟ ਹੈ ਬੇਟੇ ਡਿਫਰੈਂਟ ਟਾਈਪ ਆਫ ਅਨਇੰਪਲੋਇਮੈਂਟ ਅੰਡਰ ਫੁੱਲ ਇੰਪਲੋਇਮੈਂਟ ਸਿਚੁਏਸ਼ਨ। ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਦੇ ਵਿੱਚ ਵੀ ਅਨਇੰਪਲੋਇਮੈਂਟ ਪੋਸੀਬਲ ਹੁੰਦੀ ਹੈ। ਉਹ ਕਿਉਂ? ਵਲੰਟੀਅਰ ਅਨਇੰਪਲੋਇਮੈਂਟ। ਵਲੰਟੀਅਰ ਇੰਪਲੋਇਮੈਂਟ ਕੀ ਹੁੰਦੀ ਹੈ? ਤੁਸੀਂ ਖੁਦ ਹੈਗਾ ਆਪਣੇ ਆਪ ਬੇਰੁਜ਼ਗਾਰੀ ਕ੍ਰੀਏਟ ਕੀਤੀ, ਤੁਹਾਨੂੰ ਕੋਈ ਕੰਮ ਦੇ ਰਿਹਾ, ਪਰ ਤੁਸੀਂ ਕਹਿੰਦੇ ਮੈਂ ਨਹੀਂ ਆਹ ਕੰਮ ਕਰਨਾ, ਮੇਰੀ ਪਸੰਦ ਦਾ ਨਹੀਂ, ਨਾ ਮੈਂ ਨਹੀਂ ਕਰਨਾ, ਆਹ ਮੈਨੂੰ ਵੇਜਿਸ ਨਹੀਂ ਚਾਹੀਦੇ ਹੈਗੇ, ਮੈਨੂੰ ਤਾਂ ਵੱਧ ਚਾਹੀਦੇ ਨੇ, ਤਾਂ ਤੁਸੀਂ ਉੱਥੇ ਵਲੰਟਰੀ ਅਨਇੰਪਲੋਇਮੈਂਟ ਕ੍ਰੀਏਟ ਕਰ ਰਹੇ ਹੋ, ਖੁਦ ਇੰਪਲੋਇਮੈਂਟ ਨੂੰ ਧੱਕਾ ਮਾਰ ਰਹੇ ਹੋ। ਤਾਂ ਉਹ ਕੀ ਕਹਾਉਂਦੀ ਹੈ? ਵੈਨ ਲੇਬਰਰ ਆਰ ਨਾਟ ਰੈਡੀ ਟੂ ਵਰਕ ਐਟ ਦ ਐਗਜ਼ਿਸਟਿੰਗ ਰੇਟ ਆਫ ਵੇਜਿਸ ਔਰ ਆਰ ਨਾਟ ਵਿਲਿੰਗ ਟੂ ਵਰਕ ਔਨ ਦੇਅਰ ਓਨ ਵਿਲ ਇਨ ਸਪਾਈਟ
ऑफ द एबिलिटी ऑफ वर्क दैन सच अनएम्प्लॉयमेंट विल बी कॉल्ड वॉलंटरी एम्प्लॉयमेंट। थोड़े को काम की ਦਿੱਤੀ ਹੋਈ है कि ਤੁਹਾਡੇ ਕੋਲ ਕੰਮ अवेलेबल है बट तुसी नहीं करना चाहते, वो वॉलंटरी अनएम्प्लॉयमेंट है। फ्रिक्शनल अनएम्प्लॉयमेंट, दिस अनएम्प्लॉयमेंट अराइजेज ड्यू टू द शॉर्टेज ऑफ रॉ मटीरियल, immobility of laborer, inadequate or special kinds of employment opportunities for due to wear and tear of machinery। फ्रिक्शनल अनएम्प्लॉयमेंट की होंगी बेटा जी कुछ टाइम ਲਈ ਸਾਨੂੰ ਕਿਸੇ ਰੀਜ਼ਨ ਕਰਕੇ हो जाए, जिमें रॉ मटीरियल घट गया, मजदूर लगे हुए सी, रॉ मटीरियल घट गया, हजे आऊगा माल कच्चा, फिर असी काम शुरू करांगे, उन्नी देर तक हैगा कि ये मजदूर वेले हो गए, बेरोज़गार हो गए। कोई मशीनरी खराब होगी, हुण मशीनरी ठीक होगी, आएंगे फिर स्टार्ट करांगे काम, उन्नी देर लिए मजदूर हट जाते हैं, तो औखी होंदी है फ्रिक्शनल। सीजनल अनएम्प्लॉयमेंट बेटे ये सानू सीधा ही पता है, जो जी सीजन होंगे, हुण मजदूर ने सीजन पर जाते हैं, आप कहने सीजन पर गए दिहाड़ीदार, तो सीजनल होंगी है कि 6 महीने कोई काम किया है, कोई फसल है करनी है, तो ये सीजन है, इस लग गए, बाकी फिर उन्होंने कोई होर काम देखना पेगा, तो सीजनल अनएम्प्लॉयमेंट हो गई। स्ट्रक्चरल एम्प्लॉयमेंट की है, दिस अनएम्प्लॉयमेंट राइजेज ड्यू टू स्ट्रक्चरल चेंज इन इकोनॉमी लाइक चेंज इन द एक्सपोर्ट एटसैक्ट्रा। कि मीनस स्ट्रक्चर कि काम का तरीका बदल गया, वो करके जी अनएम्प्लॉयमेंट हो गई, उसको असी कहने हैं स्ट्रक्चरल अनएम्प्लॉयमेंट। टैक्नीकल अनएम्प्लॉयमेंट सेम है बेटा, कि जे कोई मशीनरी प्रॉब्लम होगी या की है वैन द लेबरर डू नॉट नो हाउ टू ऑपरेट द न्यू मशीन, किमें मशीन वरतनी है तो काम नहीं चल रहा, तो वही टैक्नीकल अनएम्प्लॉयमेंट होगी। नैक्सट टॉपिक हुण वधदा बेटा अपना इनफ्लेशन। इनफ्लेशन की हुंदा है जदों कि कीमतां विच वाधा हो रहा होवे। अकॉर्डिंग टू डिक्शनरी द इंग्लिश वर्ड इनफ्लेशन मीन एक्सपेंशन और इंक्रीज। एक हुंदी है डिफ्लेशन, एक हुंदी है इनफ्लेशन। When the air is filled in the bladder of the football, there it gets inflated. Similarly, in the relation of the price level, inflation means constant rise in prices. In economy, the constant rise in price is called inflation. कीमत विच लगातार वाधा होना। एक चीज़ 10 रुपये की सी 20 रुपये की होगी, 30 रुपये की होगी, 40 रुपये की होगी, चाहे 42 रुपये की होगी, मीनस चाहे छोटा चाहे वड्डा उहदे च वाधा, पर प्राइस विच कॉन्टीन्यूसली इंक्रीज हो रहा है, दैट इज़ कॉल्ड द इनफ्लेशन। शफीरो की कहते हैं इनफ्लेशन इज़ ए कॉन्टीन्यूस एंड एक्सट्रीम राइज इन जर्नल प्राइस लैवल। एग्जाम्पल थोड़ा मैं दस दी, तो इन्होंने एग्जाम्पल जी दसी है बेटा, उन्होंने दसिया कि 1956 द पेट्रोल प्राइस वाज ₹1 पर लीटर which increased 69 per liter in 2012. In 1956 gold was ₹100 per 10 gram which increased in 33,000 per gram in 2012। कि उन्होंने दसिया कि किमें दो चीज़ों के रेट 1956 इन्ने सी 2012 विच इन्ने हो गए, कि देख सकते हो असी कि कितना एक्सट्रीम राइज होया प्राइस के विच। तो ये हो गया बेटा इनफ्लेशन। नैक्सट टॉपिक है सप्लाई ऑफ मनी। सप्लाई ऑफ मनी की होंगी बेटा पैसे का मनी का जनरेट होना। मनी सप्लाई मीनस करंसी एंड डिपॉजिट ऑफ बैंक अवेलेबल विद द पीपल ऑफ द कंट्री, मीनस लोगों के हत्थों में पैसे की अवेलेबिलिटी होवे। डेफिनेशन की है बेटा दी, अकॉर्डिंग टू M.R. एजमॉन्ड सप्लाई ऑफ मनी मीनस करंसी एंड डिमांड डिपॉजिट अवेलेबल विद नॉन बैंकिंग पब्लिक, मीनस लोगों के हत्थ विच कोई पैसा होना। तो नैक्सट बेटे आंदा अपने को फॉलोइंग कंसैप्ट ऑफ मनी सप्लाई है गिवन बाय रिजर्व बैंक ऑफ इंडिया। RBI ने बेटा मनी नूं 4 चीज़ डिवाइड किया, M1 M2 M3 M4। मनी का वेलोसिटीज़ है 1 2 3 4। 1 दे विच किस किस चीज़ों रखा है RBI ने, M1 च करंसी विद पब्लिक, जो पब्लिक को पैसा पे है, प्लस डिमांड डिपॉजिट ऑफ बैंक्स विच कुछ असी रखा होया है, एंड अदर डिपॉजिट विद RBI या कोई होर डिपॉजिट्स रखे हुए ने, डिमांड डिपॉजिट में DD ड्राफ्ट रखते हैं या सी, ठीक है। तो M2 की आते बेटा करंसी विद पब्लिक होगी, डिमांड डिपॉजिट हो गए, अदर डिपॉजिट हो गए, प्लस ये चीज़ होगी डिपॉजिट ऑफ पोस्ट ऑफिस सेविंग। पोस्ट ऑफिस जी सेविंग्स करते हैं वो विच इंक्लूड होंगी है। M3 के इंक्लूड की होंगे, ये मनी विद पब्लिक भी होगी, डिमांड डिपॉजिट भी हो गए, अदर डिमांड डिपॉजिट भी हो गए, प्लस टाइम डिपॉजिट ऑफ बैंक। कुछ आप पीरियडली साल ਲਈ 2 साल ਲਈ कोई बैंक पैसा रख देने, और टाइम डिपॉजिट ऑफ बैंक्स हो गया। M4 की हो गया मनी विद पब्लिक को मनी, डिमांड डिपॉजिट्स, डिमांड RBI, टाइम डिपॉजिट प्लस टोटल डिपॉजिट ऑफ पोस्ट ऑफिस सेविंग बैंक जो ऊपर सीगा, मीनस ये 5 का मिला के M4 बनता है।
ਨੈਕਸਟ ਬੇਟੇ ਆਪਣੇ ਕੋਲ ਸਪਲਾਈ ਆਫ ਮਨੀ ਇਨ ਇੰਡੀਆ। ਇੰਡੀਆ ਸਪਲਾਈ ਆਫ ਮਨੀ ਕੀ ਹੈ? ਕਰੰਸੀ ਨੋਟਸ ਐਂਡ ਕੋਇਨਸ ਅਵੇਲੇਬਲ ਵਿਦ ਪਬਲਿਕ ਕੋਲ ਅਵੇਲੇਬਲ ਹੈਗੇ ਨੇ। ਡਿਮਾਂਡ ਡਿਪੋਜ਼ਿਟ ਆਫ ਬੈਂਕ ਐਂਡ ਸਟੇਟ ਕੋਆਪਰੇਟਿਵ ਬੈਂਕ। ਅਮਾਊਂਟ ਆਫ ਅਦਰ ਸੇਵਿੰਗ ਅਕਾਊਂਟਸ ਐਕਸਕਲੂਡਿੰਗ ਅਕਾਊਂਟ ਆਫ ਇੰਟਰਨੈਸ਼ਨਲ ਮਨੀ ਫੰਡ।